ਮਾਏ ਨੀ ਮੈਂ ਕਿਨੂੰ ਆਖਾਂ ਮਾਏ। ਅੱਛਾ ਡਾਕਟਰ ਸਾਹਿਬ, ਅੱਜ ਥੋੜ੍ਹਾ ਜਿਹਾ ਇੰਟਰਸਟਿੰਗ ਕਰਨੇ ਆ ਸਬਜੈਕਟ ਨੂੰ। ਪੰਜਾਬੀ ਦੇ ਸ਼ਾਇਰਾਂ ਨੇ ਔਰ ਵੱਡੇ ਸ਼ਾਇਰਾਂ ਨੇ ਇੱਕ ਜੁਮਲਾ ਇਸਤੇਮਾਲ ਕੀਤਾ, ਇੱਕ ਲਫ਼ਜ਼ ਇਸਤੇਮਾਲ ਕੀਤਾ ਆਪਣੇ ਵੱਡੀ ਨਜ਼ਮਾਂ 'ਚ। ਇਹ ਕਹਿ ਲੈਣਾ ਚਾਹੀਦਾ ਮਾਏ ਨੀ। ਇਹ ਕੀ ਕੌਨਸੈਪਟ ਹੈ ਮਾਏ ਨੀ ਦਾ? ਇਹ ਤੋਂ ਪਹਿਲੇ ਗੱਲ ਕਰ ਲਈਏ, ਉਸ ਤੋਂ ਬਾਅਦ ਫਿਰ ਅੱਗੇ ਚੱਲਦੇ ਹਾਂ। ਦੇਖੋ ਨਾ, ਇਹਦੇ ਵਿੱਚ ਜਿਹੜਾ ਮਾਡਰਨ ਸ਼ਾਇਰ ਹੈ ਜਿਹਨੇ ਮਾਏ ਨੀ ਨੂੰ ਕਾਫੀ ਵਰਤਿਆ ਹੈ, ਜੀ ਜੀ, ਉਹ ਸ਼ਿਵ ਕੁਮਾਰ ਬਟਾਲਵੀ ਹੈ। ਬਿਲਕੁਲ ਠੀਕ। ਮਾਏ ਨੀ ਮਾਏ ਮੇਰੇ ਗੀਤਾਂ ਦੇ ਨਾਲ ਨਿਆਣਾ ਵਿੱਚ ਵਿਰੋਂ ਦੀ ਰੜਕ ਪਾਵੇ, ਜੀ, ਆਖ ਮਾਏ ਅੱਧੀ ਰਾਤੀ ਉੱਚੀ ਉੱਚੀ ਮਿੱਤਰਾਂ ਦੇ ਨਾਂ ਨਾ ਲਵੇ। ਹਾਂਜੀ, ਠੀਕ। ਇਸ ਤੋਂ ਵੈਸੇ ਇਹ ਜਿਹੜਾ ਮਾਏ ਨੀ ਦਾ ਮਾਂ ਨੂੰ ਡਾਇਰੈਕਟ ਜੀ, ਐਡਰੈਸ ਕਰਨ ਦਾ ਹੈ, ਹਾਂਜੀ। ਇਸ ਤੋਂ ਪਹਿਲੇ ਸ਼ਾਹ ਹੁਸੈਨ ਨੇ ਸ਼ਾਹ ਹੁਸੈਨ ਨੇ ਵਰਤਿਆ। ਠੀਕ। ਸ਼ਾਹ ਹੁਸੈਨ ਨੇ ਹੀ ਵਰਤਿਆ। ਅੱਛਾ, ਉਸ ਤੋਂ ਪਹਿਲਾਂ ਉੱਤੇ ਕਿਸੇ ਨੇ ਨਹੀਂ? ਉੱਤੇ ਕਿਸੇ ਨੇ ਨਹੀਂ ਵਰਤਿਆ। ਬੁੱਲੇ ਸ਼ਾਹ ਨੇ ਵੀ ਨਹੀਂ ਵਰਤਿਆ। ਹੂੰ, ਵਾਰਿਸ ਸ਼ਾਹ ਨੇ ਡਾਇਲਾਗ 'ਚ ਵਰਤਿਆ। ਹੂੰ, ਪਰ ਜਿਵੇਂ ਸ਼ਾਹ ਹੁਸੈਨ ਔਰ ਸ਼ਿਵ ਕੁਮਾਰ ਬਟਾਲਵੀ ਨੇ ਵਰਤਿਆ, ਹੂੰ, ਉਵੇਂ ਕਿਸੇ ਨੇ ਨਹੀਂ ਵਰਤਿਆ। ਠੀਕ ਹੈ। ਇਹ ਗੱਲ ਬਿਲਕੁਲ ਵਾਜ਼ਿਹ ਹੋਣੀ ਚਾਹੀਦੀ ਹੈ ਇਸ ਗੱਲ ਦੇ ਉੱਤੇ। ਇਹ ਕਹਿ ਲੈਣਾ ਚਾਹੀਦਾ ਕਿ ਵੱਡੇ ਜਾਂ ਫਿਰ ਹੈ ਕਿ ਮੇਜਰ ਜਿਹਨੂੰ ਕਹਿੰਦੇ ਨਾ, ਇੰਪੋਰਟੈਂਟ ਸ਼ਾਇਰਾਂ ਨੇ ਦੇ ਵਿੱਚੋਂ ਦੋ ਨੇ ਇਹ ਮਾਂ ਨੂੰ ਠੀਕ, ਐਡਰੈਸ ਸਿੱਧਾ ਕੀਤਾ। ਠੀਕ ਹੈ। ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਮਾਏ ਨੀ ਮੇਰਾ ਵੱਧ ਖੇਡਣ ਕੌਣ ਆਸੀ, ਮਾਏ ਨੀ ਮੋੜ ਸਕਣੀ ਹੈ ਜੋ ਮੋੜ, ਲਿਖੀ ਲੋਹ ਕਲਮ ਦੀ ਕਾਦਰ ਨੇ, ਸ਼ਾਹ ਹੁਸੈਨ। ਉਸ ਤੋਂ ਬਾਅਦ ਅਸੀਂ ਆ ਜਾਂਦੇ ਹਾਂ ਆਪਣਾ ਬਟਾਲਵੀ 'ਤੇ। ਬਟਾਲਵੀ ਨੇ ਬਹੁਤ ਕੁਛ ਜਿਹੜਾ ਨਾ ਸ਼ਾਹ ਹੁਸੈਨ ਕੋਲੋਂ ਲਿਆ, ਬਲਕਿ ਸ਼ਾਹ ਹੁਸੈਨ ਦੀ ਜਿਹੜੀ ਹੈ ਨਾ ਉਹ ਰਿਜ਼ਰੈਕਸ਼ਨ ਹੈ, ਉਹ ਸ਼ਿਵ ਕੁਮਾਰ ਬਟਾਲਵੀ 'ਚ ਹੈ। ਠੀਕ ਹੈ, ਠੀਕ ਹੈ। ਅੱਛਾ, ਇਹ ਤਾਂ ਦੋ ਸ਼ਾਇਰਾਂ ਦੀ ਗੱਲ ਹੋ ਗਈ ਨਾ, ਤੇ ਫਿਰ ਇਹ ਮਾਏ ਨੀ ਦਾ ਕੌਨਸੈਪਟ ਜਿਹੜਾ ਸੀ ਨਾ, ਕਮਿੰਗ ਬੈਕ ਟੂ ਮਾਈ ਬੇਸਿਕ ਕੁਐਸਚਨ, ਇਹ ਹੈ ਕੀ? ਮੈਨੂੰ ਇਹ ਸਮਝ ਆਉਂਦੀ ਹੈ ਕਿ ਮਾਂ ਜਿਹੜੀ ਹੈ ਉਹ ਜਨਨੀ ਹੈ, ਉਹ ਜੰਮਣ ਵਾਲੀ ਹੈ। ਤੁਸੀਂ ਜੰਮਣ ਵਾਲੀ ਜਿਹੜੀ ਹੈ, ਜੰਮਣਾ ਜਿਹੜਾ ਹੈ ਉਹ ਇੱਕ ਬਹੁਤ ਹੀ ਇੰਸੀਡੈਂਟਲ ਵਾਕਿਆ ਹੈ। ਮਤਲਬ ਕਿਸੇ ਦੀ ਮਾਂ ਕੌਣ ਹੋਵੇਗੀ, ਉਹਦਾ ਜਣਿਆ ਕੌਣ ਹੋਵੇਗਾ, ਇਹਦਾ ਕੋਈ ਕਿਸੇ ਨੂੰ ਨਹੀਂ ਪਤਾ। ਇਹ ਮਿੱਥਿਆ ਨਹੀਂ ਹੈ। ਠੀਕ ਹੈ, ਠੀਕ। ਇਹ ਮਿਥਿਆ ਹੋਇਆ ਨਹੀਂ ਹੈ। ਪਰ ਸਮਹਾਓ ਜਿਹੜੀ ਮਾਂ ਹੁੰਦੀ ਹੈ ਉਹ ਪਾਲਣਹਾਰ ਹੁੰਦੀ ਹੈ, ਉਹ ਦੁਨੀਆ ਦੀ ਤਮਾਮ ਰੈਸ਼ਨੈਲਿਟੀ ਜਿਹੜੀ ਹੈ ਉਹਦੇ ਤੋਂ ਉੱਤੇ ਜਾਂਦੀ ਹੈ। ਉਹ ਆਪਣੇ ਬੱਚੇ ਨੂੰ ਹਰ ਸੂਰਤ ਦੇ ਵਿੱਚ ਪਾਲਦੀ ਹੈ। ਅੱਛੇ ਹਾਲਾਤ ਹੋਣ, ਬੁਰੇ ਹਾਲਾਤ ਹੋਣ, ਭੈੜੇ ਹਾਲਾਤ ਹੋਣ, ਬਦਤਰੀਨ ਹਾਲਾਤ ਹੋਣ, ਜਿਹੜੇ ਵੀ ਹੋਣ, ਉਹ ਫਿਰ ਵੀ ਉਹਨੂੰ ਪਾਲਦੀ ਹੈ। ਤੇ ਇਸ ਵਾਸਤੇ ਉਹ ਮਾਂ ਜਿਹੜੀ ਹੈ, ਉਹ ਜਿਹੜੀ ਮਾਂ ਹੈ ਉਹ ਇੱਕ ਔਰਤ ਵੀ ਹੈ, ਉਹ ਧਰਤੀ ਵੀ ਹੈ, ਉਹ ਬੁਰਾ ਸਮਾਜ ਵੀ ਹੈ। ਇਸ ਲਈ ਜਿਹੜੀ ਮਾਂ ਨਾਲ ਗੱਲ ਹੋ ਰਹੀ ਹੈ ਉਹ ਅਸਲ ਦੇ ਵਿੱਚ ਇੱਕ ਜਨਨ ਵਾਲੀ, ਜਨਮ ਦੇਣ ਵਾਲੀ, ਜਨਨੀ ਦਾ ਮਤਲਬ ਜਨਮ ਦੇਣ ਵਾਲੀ। ਠੀਕ ਹੈ, ਮਤਲਬ ਰੱਬ ਵੀ ਹੋ ਸਕਦੇ ਨੇ। ਹਾਂਜੀ, ਜਨਮ ਦੇਣ ਵਾਲਾ ਜਿਹੜਾ ਹੈ ਉਹਦੇ ਨਾਲ ਗੱਲ ਹੋ ਰਹੀ ਹੈ, ਜਿਹੜਾ ਹਾਲ ਦਾ ਮਹਿਰਮ ਹੈ, ਜਿਹਨੂੰ ਹਾਲ ਦਾ ਮਹਿਰਮ ਹੈ। ਹੁਣ ਇਹ ਹੈ ਕਿ ਉਹ ਦਰਦ ਜਿਹੜੇ ਆਪ ਵੀ ਸਮਝ ਨਹੀਂ ਆਉਂਦੇ ਬੰਦੇ ਨੂੰ, ਉਹ ਦੁੱਖ ਜਿਹੜੇ ਆਪ ਸਮਝ ਨਹੀਂ ਆਉਂਦੇ ਬੰਦੇ ਨੂੰ, ਉਹਨਾਂ ਦਾ ਕੋਈ ਦੁਆ ਨਹੀਂ ਮਿਲਦੀ, ਉਹਨਾਂ ਦਾ ਕੋਈ ਦਾਰੂ ਨਹੀਂ ਮਿਲਦਾ, ਉਹਨੂੰ ਕਿਹਦੇ ਨਾਲ ਸ਼ੇਅਰ ਕੀਤਾ ਜਾਵੇ?
ਇਹ ਸਵਾਲ ਹੈ ਨਾ, ਠੀਕ ਹੈ। ਇਹ ਸਵਾਲ ਹੈ ਕਿ ਉਹਨੂੰ ਕਿਹਦੇ ਨਾਲ ਸ਼ੇਅਰ ਕੀਤਾ ਜਾਏ, ਕਿਹਨੂੰ ਕਿਹਾ ਜਾਏ। ਅਸੀਂ ਡਿੱਗਨੇ ਹਾਂ, ਢੱਠਨੇ ਹਾਂ, ਤੁਸੀਂ ਕਹਿੰਦੇ ਹਾਏ ਮਾਂ, ਸਾਡੀ ਇੰਸਟੈਂਟ ਇਹ ਹੁੰਦੀ ਹੈ ਰਿਐਕਸ਼ਨ। ਸੋ ਜਦੋਂ ਦਰਦ ਹੁੰਦੀ ਹੈ, ਜਦੋਂ ਪੀੜ ਹੁੰਦੀ ਹੈ, ਜਿਸ ਤਰ੍ਹਾਂ ਦੀ ਪੀੜ ਹੁੰਦੀ ਹੈ, ਉਹ ਡੂੰਘੀ ਪੀੜ ਹੁੰਦੀ ਹੈ, ਤੇ ਅਸੀਂ ਕਹਿੰਦੇ ਹਾਂ ਤੇ ਉਹਨੂੰ ਅਸੀਂ ਫਾਰਮ ਦਿੰਦੇ ਹਾਂ ਕਿ ਮਾਏ ਨਹੀਂ ਮੈਂ ਕਿਹਨੂੰ ਆਖਾਂ। ਮਤਲਬ ਇਹ ਹੈ ਕਿ ਇੱਕ ਐਸੀ ਪੀੜ ਹੈ, ਇੱਕ ਐਸਾ ਦਰਦ ਹੈ, ਇੱਕ ਐਸੀ ਤਕਲੀਫ ਹੈ ਕਿ ਜਿਹਨੂੰ ਮੈਂ ਖੁਦ ਡਿਫਾਈਨ ਵੀ ਨਹੀਂ ਕਰ ਸਕਦਾ। ਅੱਛਾ, ਇਹ ਮੈਂ ਥੋੜ੍ਹਾ ਜਿਹਾ ਐਡ ਕਰਨਾ ਚਾਹ ਰਿਹਾ ਕਿ ਇਹਨੂੰ ਖੋਲ੍ਹਣ ਦੀ ਲੋੜ ਹੋਏਗੀ ਕਿ ਮਾਏ ਨਹੀਂ ਮੈਂ ਕਿਹਨੂੰ ਆਖਾਂ। ਇਹਦਾ ਕੀ ਮਤਲਬ ਹੋਏਗਾ? ਇਹਨੂੰ ਥੋੜ੍ਹਾ ਖੋਲ੍ਹਣਾ ਚਾਹੀਦਾ ਸਾਨੂੰ ਕਿ ਮਾਏ ਨਹੀਂ ਮੈਂ ਤੈਨੂੰ ਨਾ ਆਖਾਂ ਤੇ ਕਿਹਨੂੰ ਆਖਾਂ, ਜਾਂ ਕਿ ਪੁੱਛਿਆ ਜਾ ਰਿਹਾ ਕਿ ਬਈ ਤੂੰ ਦੱਸ ਕੇ ਮੈਂ ਕਿਹਨੂੰ ਆਖਾਂ। ਨਹੀਂ, ਇਹ ਨਹੀਂ ਹੈ। ਇਹਦਾ ਇਹ ਮਤਲਬ ਹੈ ਕਿ ਮਾਏ ਇਹ ਐਸਾ ਦਰਦ ਹੈ ਕਿ ਇਹਨੂੰ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ, ਇਹਨੂੰ ਦੱਸਿਆ ਨਹੀਂ ਜਾ ਸਕਦਾ, ਇਹ ਦੱਸਣ ਵਿੱਚ ਨਹੀਂ ਆ ਸਕਦਾ। ਔਰ ਇਹ ਦੱਸਣ ਵਿੱਚ ਇਸ ਨਹੀਂ ਆ ਸਕਦਾ ਕਿ ਇਹ ਐਸਾ ਦਰਦ ਹੈ ਕਿ ਜਿਹੜਾ ਨਾ ਪੈਸੇ ਨਾਲ ਜਿਹਦਾ ਤਾਲੁਕ ਹੈ, ਨਾ ਰੁਪਈਏ ਨਾਲ ਤਾਲੁਕ ਹੈ, ਠੀਕ ਹੈ, ਨਾ ਬਾਹਰ ਦੀ ਦੁਨੀਆ ਨਾਲ ਤਾਲੁਕ ਹੈ, ਠੀਕ ਹੈ, ਇੱਕ ਅੰਦਰ ਦੀ ਪੀੜ ਹੈ। ਇਹ ਹੁਣ ਮਤਲਬ ਹੈ ਕਿ ਮਟੀਰੀਅਲਾਈਜ਼ ਵੀ ਹੋ ਜਾਂਦਾ ਹੈ ਕਿ ਮਾਂ ਭਾਵੇਂ ਅਮੀਰ ਹੋਵੇ ਤੇ ਭਾਵੇਂ ਗਰੀਬ ਹੋਵੇ, ਉਹਦੇ ਕੋਲ ਪੈਸੇ ਹੋਣ ਜਾਂ ਨਾ ਹੋਣ, ਉਹਦੀ ਜਿਹੜੀ ਫੀਲਿੰਗ ਹੈ ਟੂਵਰਡਸ ਔਲਾਦ ਉਹ ਤੇ ਉਹੀ ਹੈ ਨਾ। ਬਿਲਕੁਲ ਉਹੀ ਹੈ, ਉਹਦੇ ਕੋਈ ਫਰਕ ਨਹੀਂ। ਮਤਲਬ ਇਹਦੇ ਵਿੱਚ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਇਹਦੇ ਵਿੱਚ ਇਹ ਤਬਕਾਤੀ ਤਕਸੀਮ ਨਹੀਂ ਆ ਰਹੀ। ਇਹਦੇ ਵਿੱਚ ਸਿੰਪਲ ਇਹ ਆ ਰਿਹਾ ਹੈ ਕਿ ਜੋ ਜਨਨੀ ਹੈ, ਜੋ ਜਨਮ ਦੇਣ ਵਾਲੀ ਹੈ, ਭਾਵੇਂ ਉਹ ਧਰਤੀ ਹੈ, ਭਾਵੇਂ ਉਹ ਰੱਬ ਹੈ, ਭਾਵੇਂ ਉਹ ਮਾਂ ਹੈ, ਇੱਕ ਔਰਤ ਹੈ, ਉਹਨੂੰ ਐਡਰੈਸ ਕੀਤਾ ਜਾ ਰਿਹਾ ਹੈ ਕਿ ਇਹ ਐਸਾ ਦਰਦ ਹੈ ਕਿ ਇਹ ਮੈਂ ਸਿਰਫ ਤੇਰੇ ਨਾਲ ਸ਼ੇਅਰ ਕਰ ਸਕਦਾ, ਇਹ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ, ਔਰ ਮੈਨੂੰ ਆਪ ਵੀ ਪਤਾ ਨਹੀਂ ਹੈ ਕਿ ਦਰਦ ਕੀ ਹੈਗਾ। ਮਤਲਬ ਇਹ ਹੈ ਕਿ ਇਹਨੂੰ ਇੰਝ ਸਮਝੋ ਤੁਸੀਂ ਕਿ ਇੱਕ ਹਯਾਤੀ ਗੁਜ਼ਰ ਰਹੀ ਹੈ, ਨਾਰਮਲ ਹਯਾਤੀ ਗੁਜ਼ਰ ਰਹੀ ਹੈ। ਨਾਰਮਲ ਹਯਾਤੀ ਵਿੱਚ ਜੋ ਨਾਰਮਲ ਹੋ ਰਿਹਾ ਹੈ, ਉਹਨੇ ਇਹ ਕੀਤਾ ਤੇ ਮੈਂ ਇਹ ਕੀਤਾ, ਤੇ ਉਹਨੇ ਮੈਂ ਸੌਦਾ ਕੀਤਾ ਤੇ ਫਲਾਣਾ ਸੌਦਾ ਹੋਇਆ, ਇਹ ਸਾਰਾ ਕੁਝ ਹੋ ਰਿਹਾ। ਹੁਣ ਇੱਕ ਬੰਦਾ ਐਸਾ ਹੈ, ਉਹ ਇਸ ਲੈਣ ਦੇਣ ਦੀ ਕਾਰੋਬਾਰੀ ਜ਼ਿੰਦਗੀ ਤੋਂ ਬਾਹਰ ਹੋ ਗਿਆ, ਠੀਕ ਹੈ, ਔਰ ਉਹਨੇ ਕਿਹਾ ਕਿ ਜੀ ਮੈਂ ਇੱਕ ਵੱਖਰੀ ਜ਼ਿੰਦਗੀ ਗੁਜ਼ਾਰਨੀ ਹੈ, ਮੈਂ ਇਸ ਲਾਲਚ ਦੀ ਦੁਨੀਆ, ਇਸ ਲੈਣ ਦੇਣ ਦੀ ਦੁਨੀਆ 'ਚ ਨਹੀਂ ਰਹਿਣਾ। ਠੀਕ ਹੈ। ਹੁਣ ਉਹਦਾ ਜਿਹੜਾ ਦਰਦ ਹੈ, ਦਰਦ ਇਹ ਹੈਗਾ ਕਿ ਉਹ ਬੰਦਾ ਬੰਦੇ ਨਾਲ ਜੁੜਨਾ ਚਾਹੁੰਦਾ ਹੈ, ਠੀਕ ਹੈ, ਬਤੌਰ ਇਨਸਾਨ ਦੇ ਜੁੜ ਨਹੀਂ ਪਾਉਂਦਾ ਕਿਉਂਕਿ ਉਹਦੇ ਵਿੱਚ ਲੈਣ ਦੇਣ ਦਾ ਸਿਸਟਮ ਹੈ। ਠੀਕ ਹੈ। ਔਰ ਉਹ ਹੈ ਕਿ ਦੂਸਰੇ ਨਾਲ ਰਿਲੇਟ ਨਹੀਂ ਕਰ ਪਾ ਰਿਹਾ ਨਾ, ਕਿਉਂਕਿ ਕੁਛ ਨੇ ਜਿਹੜੇ ਚਾਰ ਨੇ ਜਿਹੜੇ ਮੁੱਲਾ ਨੇ, ਕੁਛ ਨੇ ਜਿਹੜੇ ਮੁੱਲਾ ਨਹੀਂ ਹੈਗੇ, ਉਹ ਦੁਨੀਆਦਾਰ ਨੇ, ਕੁਛ ਨੇ ਜਿਹੜੇ ਜਿਨ੍ਹਾਂ ਦੇ ਹੋਰ ਮਸਾਇਲ ਨੇ। ਇਹ ਹੁਣ ਵੱਖਰਾ ਹੈ ਜਿਹੜਾ ਤੀਜਾ ਇੱਕ ਘਟਨਾ, ਮੈਂ ਸ਼ਾਹ ਹੁਸੈਨ ਦੀ ਤੁਸੀਂ ਗੱਲ ਕਰ ਰਹੇ ਕਰਨਾ ਚਾਹ ਰਹੇ ਹੋ ਨਾ, ਕਿ ਜਿਹੜਾ ਕਿਤੇ ਵੀ ਉਸ ਜਿਹੜਾ ਸਿਸਟਮ ਆਲਰੇਡੀ ਚੱਲ ਰਿਹਾ ਉਹਦੇ ਐਡਜਸਟ ਨਹੀਂ ਹੋ ਰਿਹਾ। ਬਿਲਕੁਲ, ਉਹ ਇਹਨਾਂ ਕਿਸੇ 'ਚ ਵੀ ਫਿੱਟ ਨਹੀਂ ਹੋ ਰਿਹਾ। ਉਹ ਕਹਿੰਦਾ ਕਿ ਜੀ ਨਾ ਮੈਂ ਮੰਗਿਆ, ਨਾ ਪਰਨਾਇਆ, ਨਾ ਮੈਂ ਗੰਢ ਨਾ ਸਾਹਾ, ਜਾਂ ਮਤਲਬ ਚੋਰ ਕਰਨ ਚੋਰੀਆਂ। ਠੀਕ ਹੈ, ਇਸ ਨੂੰ ਕੋਈ ਹੋਰ ਨਹੀਂ ਸਮਝ ਸਕਿਆ ਸਿਵਾਏ ਮਾਂ ਦੇ। ਠੀਕ ਹੈ, ਮੈਂ ਇਹਨਾਂ ਕਿਸੇ 'ਚ ਵੀ ਸ਼ਾਮਲ ਨਹੀਂ ਹੈਗਾ। ਦੁਨੀਆ ਵਾਲਿਆਂ ਨੂੰ ਦੁਨੀਆ ਦਾ ਮਾਣਾ, ਨੰਗਾ ਨੂੰ ਨੰਗ ਮਣੀ। ਦੁਨੀਆ ਜਿਹੜੇ ਵਾਲੇ ਜਿਹੜੇ ਉਹਨਾਂ ਨੂੰ ਦੁਨੀਆ ਦਾ ਮਾਣ ਕਰ ਰਹੇ ਨੇ, ਜਿਹੜੇ ਨੰਗ ਨੇ ਉਹ ਨੰਗਿਆਂ ਦਾ, ਆਪਣੇ ਨੰਗੇ ਹੋਣ ਦਾ ਮਾਣ ਕਰ ਰਹੇ ਨੇ। ਮੈਂ ਤਾਂ ਦੋਵਾਂ ਵਿੱਚ ਹੀ ਨਹੀਂ ਹੈਗਾ, ਮੈਂ ਨੰਗਿਆਂ ਵਿੱਚ ਹਾਂ, ਨਾ ਮੈਂ ਦੁਨੀਆ ਵਾਲਿਆਂ ਵਿੱਚ ਹਾਂ। ਮੈਂ ਤਾਂ ਕੋਈ ਤੀਸਰੀ ਫਾਰਮ ਹੈ। ਹੁਣ ਤੀਸਰੀ ਫਾਰਮ ਜਿਹੜੀ ਹੈਗੀ ਹੈ ਉਹਦੇ 'ਚ ਕੋਈ ਸਮਝ ਨਹੀਂ ਆਉਂਦੀ। ਜਾਂ ਤਾਂ ਦੁਨੀਆ ਦੇ ਵਿੱਚ ਉਹ ਲੋਕੀ ਆਪਣੇ ਨੰਗਿਆਂ 'ਚ ਆਪਣੇ ਆਪ ਨੂੰ ਫਿਰ ਰਹੇ ਨੇ ਦਰਵੇਸ਼ ਬਣ ਕੇ,
ਸੂਫੀ ਬਣ ਕੇ ਜਾਂ ਕੁਛ ਵੀ ਫਕੀਰ ਬਣ ਕੇ, ਜਾਂ ਉਹ ਜਨਾਬ ਦੁਨੀਆ ਵਾਲੇ ਕਾਰੋਬਾਰ ਕਰ ਰਹੇ ਨੇ, ਤੋਂ ਜਿਹੜਾ ਵਿੱਚ ਦੋਵਾਂ ਦੇ ਵਿੱਚ ਹੀ ਨਹੀਂ ਆ ਰਿਹਾ, ਔਰ ਤੀਜਾ ਬੰਦਾ ਹੈ ਜਿਹੜਾ ਨਾ ਨੰਗਾ ਵਿੱਚ ਹੈ ਨਾ ਦੁਨੀਆ ਵਿੱਚ ਹੈ, ਉਹ ਹੁਣ ਬੰਦਾ ਕਿਹਨੂੰ ਆਪਣੀ ਤਕਲੀਫ ਦੱਸੇ। ਠੀਕ ਹੈ। ਅੱਛਾ, ਸ਼ਾਹ ਹੁਸੈਨ ਦੇ ਪੁਆਇੰਟ ਆਫ ਵਿਊ ਦੇ ਨਾਲ ਗੱਲ ਸਮਝ ਆ ਜਾਂਦੀ ਹੈ, ਲੇਕਿਨ ਇਹ ਕਿ ਔਰ ਇਹਨੂੰ ਇਹ ਨਾ ਸਮਝੋ ਕਿ ਜੀ ਮੈਂ ਕੋਈ ਕੰਪੈਰੀਜ਼ਨ ਕਰ ਰਿਹਾ ਬਿਟਵੀਨ ਸ਼ਾਹ ਹੁਸੈਨ ਐਂਡ ਸ਼ਿਵ ਕੁਮਾਰ ਬਟਾਲਵੀ, ਲੇਕਿਨ ਚੂੰਕਿ ਸ਼ਿਵ ਕੁਮਾਰ ਬਟਾਲਵੀ ਨੇ ਵੀ ਇਹੀ ਇਸਤੇਮਾਲ ਕੀਤਾ ਹੈ ਮਾਂ ਦਾ ਉਹ ਇਸਤਾਰਾ ਜਿਹਨੂੰ ਕਹਿ ਲਓ, ਉਹਦੇ ਮਸਾਇਲ ਹੋਰ ਸਨ। ਉਹ ਕੀ ਮਸਾਇਲ ਸਰ, ਉਹਨੇ ਕਿਸ ਤਰ੍ਹਾਂ ਮਾਂ ਨੂੰ ਉਸ ਦੇ ਵਿੱਚ ਐਡਜਸਟ ਨਹੀਂ, ਤੁਸੀਂ ਕਹਿੰਦੇ ਉਹਦੇ ਮਸਾਇਲ ਹੋਰ ਸਨ। ਹਾਂਜੀ, ਸਿਰਫ ਤੁਸੀਂ ਇਸ ਵਾਸਤੇ ਕਹਿੰਦੇ ਹੋ ਕਿ ਉਹਦੇ ਮਸਾਇਲ ਹੋਰ ਸਨ ਜੀ, ਕਿ ਉਹ 4 ਸਦੀਆਂ ਬਾਅਦ ਆਇਆ। ਠੀਕ ਹੈ। ਤੁਸੀਂ ਇਸ ਲਈ ਕਹਿੰਦੇ ਹੋ ਕਿ ਸ਼ਾਹ ਹੁਸੈਨ ਸ਼ਾਇਦ ਚੋਗਾ ਪਾਉਂਦਾ ਸੀ ਤੇ ਸ਼ਿਵ ਕੁਮਾਰ ਬਟਾਲਵੀ ਸੂਟ ਪਾਉਂਦਾ ਸੀ, ਠੀਕ ਹੈ, ਟਾਈ ਲਾਉਂਦਾ ਸੀ, ਵਗੈਰਾ ਵਗੈਰਾ ਵਗੈਰਾ। ਠੀਕ ਹੈ, ਲੇਕਿਨ ਇੱਕ ਸੁਸਾਇਟੀ 'ਚ ਰਹਿ ਰਿਹਾ, ਉਹਨੇ ਵਿਆਹ ਵੀ ਕੀਤਾ, ਉਹਨੇ ਬੱਚੇ ਵੀ ਪਾਲੇ ਨੇ, ਉਹ ਹੋਰ ਸ਼ਾਇਰੀ ਵੀ ਕੀਤੀ ਹੈ, ਮਤਲਬ ਸਿਰਫ ਸੂਫੀਆਨਾ ਨਹੀਂ, ਹੋਰ ਵੀ ਸ਼ਾਇਰੀ ਕੀਤੀ ਹੈ। ਹਾਂ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਔਰ ਪਿਆਰ ਮੁਹੱਬਤ ਦੀ ਇਸ਼ਕ ਦੀ ਸ਼ਾਇਰੀ 'ਚ ਉਹਨੇ ਇਹ ਵੀ ਕਹਿਤਾ ਹੈ ਕਿ ਬਈ ਮੈਨੂੰ ਕੋਈ ਦੁੱਖ ਵੀ ਨਹੀਂ ਹੈਗਾ ਪਿਆਰ ਮੁਹੱਬਤ ਇਸ਼ਕ ਦਾ। ਨਹੀਂ, ਮਤਲਬ ਤੁਸੀਂ ਸਹੀ ਕਹਿ ਰਹੇ ਹੋ, ਪਰ ਇਹ ਹੈ ਕਿ ਜਿਹੜੀ ਉਹਦੀ ਜਿਹੜੀ ਸ਼ਾਇਰਾਨਾ ਜਿਹੜੀ ਲਗਨ ਹੈ ਉਹ ਕਿੱਥੇ ਹੈ। ਹਾਂ, ਮੈਂ ਇਹ ਪੁੱਛਣਾ ਚਾਹ ਰਿਹਾ ਨਾ ਕਿ ਮੈਂ ਇਹ ਕਹਿ ਰਿਹਾ ਕਿ ਉਹ ਜਿਹੜੀ ਸ਼ਾਹ ਹੁਸੈਨ ਦੀ ਨੇ ਜੋ ਕੀਤਾ 16ਵੀਂ ਸਦੀ 'ਚ, ਉਹ 20ਵੀਂ ਸਦੀ ਦੇ ਵਿੱਚ ਕੰਟੀਨਿਊਟੀ ਹੈ ਉਸੇ ਕੰਮ ਦੀ। ਉਹਦੀ ਫਾਰਮ ਬਦਲ ਗਈ ਹੈ। ਠੀਕ ਹੈ, ਕਿਉਂਕਿ ਵਕਤ ਬਦਲ ਗਿਆ, ਬਦਲ ਗਿਆ ਹੈ, ਉਹਦੀ ਸ਼ਕਲ ਬਦਲ ਗਈ ਹੈ, ਉਹਦੀ ਬਦਲ ਗਈ ਹੈ। ਲੇਕਿਨ ਜੋ ਗੱਲ 16ਵੀਂ ਸਦੀ 'ਚ ਸ਼ਾਹ ਹੁਸੈਨ ਕਹਿ ਰਿਹਾ ਹੈ, ਔਰ ਜਿਸ ਵਜ੍ਹਾ ਤੋਂ ਕਹਿ ਰਿਹਾ ਹੈ, ਔਰ ਕਿਉਂਕਿ ਉਸ ਵੇਲੇ ਰੇਡੀਓ ਟੀਵੀ ਤੇ ਨਹੀਂ ਸੀ ਹੈਗਾ ਨਾ ਜਦੋਂ ਸ਼ਾਹ ਹੁਸੈਨ ਸੀ 16ਵੀਂ ਸਦੀ 'ਚ। ਠੀਕ ਹੈ। ਜਦੋਂ ਸ਼ਿਵ ਕੁਮਾਰ ਬਟਾਲਵੀ ਆਇਆ ਤੇ ਉਦੋਂ ਰੇਡੀਓ ਵੀ ਹੈਗਾ ਸੀ, ਟੀਵੀ ਵੀ ਹੈਗਾ ਸੀ, ਤੇ ਸ਼ਿਵ ਕੁਮਾਰ ਬਟਾਲਵੀ ਕੋਲ ਜ਼ਿਆਦਾ ਰਿਸੋਰਸਿਸ ਸਨ। ਠੀਕ ਹੈ। ਇਸ ਗੱਲ ਨੂੰ ਦੱਸਣ ਦੇ, ਤੇ ਉਹਨੂੰ ਜਦੋਂ ਕਿਹਾ ਕਿ ਬਈ ਇਹ ਜਿਹੜਾ ਹਿਜਰ ਹੈ, ਇਹ ਜਿਹੜਾ ਵਿਸਾਲ ਹੈ, ਇਹ ਜਿਹੜਾ ਸਾਰਾ ਕੁਛ ਹੈਗਾ ਹੈ, ਇਹਦੇ ਉੱਤੇ ਤੇਰਾ ਕੀ ਖਿਆਲ ਹੈ, ਤੂੰ ਕਿਸੇ ਔਰਤ ਦੇ ਇਸ਼ਕ 'ਚ ਮੁਬਤਲਾ ਸਾਂ ਜਾਂ ਵਗੈਰਾ ਵਗੈਰਾ, ਤਾਂ ਉਹਨੇ ਕਿਹਾ ਕਿ ਨਹੀਂ, ਐਸਾ ਨਹੀਂ ਹੈਗਾ, ਇਹ ਇੰਝ ਨਹੀਂ ਹੈਗਾ, ਇਹ ਜਿਹੜਾ ਹਿਜਰ ਹੈ, ਇਹ ਜਿਹੜਾ ਵਿਸਾਲ ਹੈ, ਇਹ ਬਹੁਤ ਹੋਰ ਤਰ੍ਹਾਂ ਦੀ ਖੁੱਲੀ ਹੋਈ ਚੀਜ਼ ਹੈ। ਔਰ ਇੱਥੇ ਉਹ ਆ ਜਾਂਦਾ ਫਿਰ ਮਾਏ ਨਹੀਂ, ਜਿਹਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਜਿਹਨੂੰ ਐਕਸਪਲੇਨ ਕਰਨਾ ਬਹੁਤ ਮੁਸ਼ਕਿਲ ਹੈ, ਜਿਹਨੂੰ ਡਿਫਾਈਨ ਕਰਨਾ ਆਲਮੋਸਟ ਨਾਮੁਮਕਿਨ ਹੈ। ਔਰ ਇਹ ਜਿਹੜਾ ਇਸ਼ੂ ਹੈਗਾ ਹੈ ਕਿ ਮਾਏ ਨਹੀਂ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਇਹ ਜਿਹੜਾ ਹੈ ਅਸਲ ਦੇ ਵਿੱਚ ਗੱਲ ਇਹ ਹੈਗੀ ਹੈ ਕਿ ਇਨਸਾਨ ਜਿਹੜੇ ਨੇ ਉਹ ਜਿਹੜੀ ਅੱਗੇ ਦੇਖਣ ਦੀ ਖਾਹਿਸ਼ ਹੈ, ਅੱਗੇ ਦੇਖਣ ਦੀ ਜਿਹੜੀ ਉਹਨਾਂ ਦੀ ਸੱਧਰ ਹੈ, ਔਰ ਉਸ ਦਰਮਿਆਨ ਜੋ ਰੁਕਾਵਟਾਂ ਆ ਰਹੀਆਂ ਨੇ, ਉਹਨਾਂ ਦੇ ਵਿੱਚ ਜਿਹੜਾ ਫਾਸਲਾ ਹੈ ਉਹ ਮਾਂ ਨੂੰ ਦੱਸਿਆ ਜਾ ਰਿਹਾ। ਔਰ ਇਹ ਜਿਹੜਾ ਇਸ਼ੂ ਹੈ ਇਹ ਹਮੇਸ਼ਾ ਇੰਝ ਹੀ ਰਹੇਗਾ ਜਦ ਤੱਕ ਇਨਸਾਨ ਇਸ ਹਾਲਤ ਵਿੱਚ ਹਨ ਜਿਸ ਹਾਲਤ ਵਿੱਚ ਅੱਜ ਹੈ। ਮਸਲਨ ਮੈਂ ਅੱਜ ਵੀ ਕਹਿ ਸਕਦਾ ਹਾਂ ਕਿ ਮੈਂ ਉਹ ਦਰਦ, ਉਹ ਦੁੱਖ, ਉਹ ਤਕਲੀਫਾਂ ਜਿਨ੍ਹਾਂ ਨੂੰ ਡਿਫਾਈਨ ਨਹੀਂ ਕਰ ਸਕਦਾ, ਔਰ ਜਿਨ੍ਹਾਂ ਨੂੰ ਮੈਂ, ਜਿਨ੍ਹਾਂ ਤੋਂ ਪਾਰ ਮੈਂ ਉਤਰਨਾ ਚਾਹੁੰਦਾ, ਜੇ ਮੈਂ ਉਹਨਾਂ ਦਾ ਸ਼ਾਇਰੀ 'ਚ ਇਜ਼ਹਾਰ ਕਰਨਾ ਚਾਹਾਂ ਤੇ ਮੈਂ ਕੀ ਕਵਾਂ, ਕਿਹਨੂੰ ਕਵਾਂ, ਕਿਸ ਨੂੰ ਮੁਖਾਤਬ ਕਰਾਂ? ਮੈਂ ਮਾਂ ਨੇ ਮੁਖਾਤਬ ਕਰ ਸਕਦਾ ਨਾ, ਕਿਉਂਕਿ ਉਹਨੇ ਮੈਨੂੰ ਜਾਣਿਆ ਤੇ ਮੈਂ ਉਹਨੂੰ ਕਹਿ ਸਕਦਾ ਕਿ ਮਾਂ ਮੈਂ ਕਿਹਨੂੰ ਦੱਸਾਂ
ਇਹ ਜਿਹੜਾ ਵਿਛੋੜਾ ਹੈ, ਇਹ ਜਿਹੜਾ ਹਿਜਰ ਹੈ, ਇਹ ਜਿਹੜਾ ਦਰਦ ਹੈ, ਇਹ ਮੈਂ ਕੀ ਕਰਾਂ। ਅੱਛਾ, ਸ਼ਿਵ ਦੇ ਬਾਅਦ ਕਿਸੇ ਨੇ ਇਹਨੂੰ ਇਸਤੇਮਾਲ ਕੀਤਾ ਉਸ ਤਰ੍ਹਾਂ? ਨਹੀਂ, ਤੇ ਮੈਂ ਨਹੀਂ, ਮੇਰੇ ਖਿਆਲ 'ਚ ਸ਼ਿਵ ਤੋਂ ਬਾਅਦ ਇਨ ਦੋਨਾਂ ਨੇ ਹੀ ਕਿਉਂ ਕੀਤਾ? ਇਹ ਤੇ ਤੁਸੀਂ ਕਹਿਤਾ ਕਿ ਜੀ ਉਹ ਐਕਸਟੈਂਸ਼ਨ ਇੱਕ ਤਰ੍ਹਾਂ ਦੀ ਲੱਗਦੀ ਹੈ, ਕਿਉਂਕਿ ਉਸਨੇ ਵੀ, ਸ਼ਾਹ ਹੁਸੈਨ ਨੇ ਵੀ ਇਹ ਇਸਤੇਮਾਲ ਕੀਤਾ, ਤੇ ਸ਼ਿਵ ਨੇ ਵੀ ਇਹ ਇਸਤੇਮਾਲ ਕੀਤਾ, ਔਰ ਉਹਨਾਂ ਦਾ ਪੀਰੀਅਡ ਦਾ ਵੀ ਡਿਫਰੈਂਟ ਹੈ। ਲੇਕਿਨ ਇਹਨਾਂ ਦੋਵਾਂ ਨੇ ਹੀ ਕਿਉਂ ਕੀਤਾ, ਫਿਰ ਕਿਸੇ ਹੋਰ ਨੇ ਕਿਉਂ ਨਹੀਂ ਕੀਤਾ? ਇਹਨਾਂ ਨੂੰ ਮਤਲਬ ਵੱਖਰੀ ਪੀੜ ਹੈ ਕਿ ਜਿਹੜੀ ਬਾਕੀਆਂ ਨੂੰ ਨਹੀਂ ਹੈਗੀ? ਉਹਨਾਂ ਨੇ ਵੀ ਮਤਲਬ ਬਾਕੀਆਂ ਨੇ ਬੜਾ ਕਲਾਮ ਕਿਹਾ ਹੈ। ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਸ਼ਾਇਰ ਜਿਹੜਾ ਹੈ ਉਹ ਕੇਸ ਪੱਖ ਤੋਂ, ਕੇਸ ਪਹਿਲੂ ਤੋਂ ਅਪਰੋਚ ਕਰਦਾ ਹੈ ਆਪਣੇ ਕ੍ਰੀਏਟੀਵਿਟੀ ਨੂੰ ਔਰ ਆਪਣੀ ਹੋਂਦ ਦੇ ਇਸ਼ੂ ਨੂੰ। ਇਹ ਤਾਂ ਹੁਣ ਮਤਲਬ ਮੈਂ ਨਹੀਂ ਕਹਿ ਸਕਦਾ ਕਿ ਉਹ ਕਿਉਂ ਵੀ ਕਰਦਾ ਹੈ, ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਹੈਗਾ, ਜਾਂ ਕਿਉਂ ਕੋਈ ਨਹੀਂ ਕਰਦਾ ਜਾਂ ਕਿਉਂ ਨਹੀਂ ਕਰਦਾ ਉਹ। ਲੇਕਿਨ ਇਹ ਹੈ ਕਿ ਇਹ ਫੈਕਟ ਹੈਗਾ ਹੈ ਕਿ ਸ਼ਾਹ ਹੁਸੈਨ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਨੇ ਉਹ ਮਾਇਨੀ ਵਾਲਾ ਜਿਹੜਾ ਨਾ ਉਹਨੂੰ ਅਬੰਡੈਂਟਲੀ ਔਰ ਕਾਫੀ ਵਰਤਿਆ। ਉਸ ਤੋਂ ਬਾਅਦ ਸ਼ਾਇਰਾਂ ਨੇ ਜਾਂ ਉਸ ਤੋਂ ਇਨ ਬਿਟਵੀਨ ਸ਼ਾਇਰਾਂ ਨੇ ਉਹਨਾਂ ਨਹੀਂ ਵਰਤਿਆ। ਮਤਲਬ ਇਹ ਹੈ ਕਿ ਜਿਵੇਂ ਮਾਂ ਨੂੰ ਐਡਰੈਸ ਕਰਨ ਦਾ ਔਰ ਮਾਂ ਦੇ ਨਾਲ ਦਰਦ ਵੰਡਾਉਣ ਦਾ ਔਰ ਮਾਂ ਦੇ ਨਾਲ ਅਣਡਿੱਠੇ ਦਰਦ ਸ਼ੇਅਰ ਕਰਨ ਦਾ ਜਿਹੜਾ ਤਸੱਵਰ ਹੈ, ਉਹ ਜਿਵੇਂ ਸ਼ਾਹ ਹੁਸੈਨ ਨੇ ਔਰ ਉਸ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਨੇ ਜਿਵੇਂ ਕੀਤਾ ਹੈ, ਹੋਰ ਕੋਈ ਨਹੀਂ। ਇਵੇਂ ਮੇਰਾ ਖਿਆਲ ਹੋਰ ਕਿਸੇ ਨੇ ਨਹੀਂ ਕੀਤਾ। ਅੱਛਾ, ਸ਼ਾਹ ਹੁਸੈਨ ਦਾ ਕੰਟੈਂਪਰਰੀ ਐਸਾ ਕੋਈ ਨਹੀਂ ਸੀ, ਲੇਕਿਨ ਸ਼ਿਵ ਤੇ ਆ ਜਾਏ ਤੇ ਸ਼ਿਵ ਦਾ ਪਾਸ਼ ਕੰਟੈਂਪਰਰੀ ਸੀ ਔਰ ਇੱਕੋ ਹੀ ਪੀਰੀਅਡ ਵੀ ਹੈ, ਇੱਕੋ ਤਰ੍ਹਾਂ ਦੀ ਮਤਲਬ ਹੈ ਕਿ ਉਹ ਇਹ, ਹਾਲਾਂਕਿ ਅਸੀਂ ਇਹਦੇ ਤੇ ਪ੍ਰੋਗਰਾਮ ਕਰਾਂਗੇ ਕਿ ਦੋਵਾਂ ਦਾ ਡਿਫਰੈਂਸ ਕੀ ਸੀ। ਨਹੀਂ, ਸ਼ਿਵ ਕੁਮਾਰ ਬਟਾਲਵੀ ਦਾ ਜਿਹੜਾ ਕੰਟੈਂਪਰਰੀ ਹੈ ਜੀ ਉਹ ਪਾਸ਼ ਵੀ ਹੈ, ਹਾਂਜੀ, ਉਹ ਨਜਮ ਹੁਸੈਨ ਸਈਦ ਵੀ ਹੈ, ਠੀਕ ਹੈ। ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਸ਼ਾਇਰ ਨੇ, ਉਹਦੇ ਵਿੱਚ ਯਾਨੀ ਸੀਨੀਅਰ ਸੀ, ਅਮਰਤਾ ਪ੍ਰੀਤਮ ਸੀਨੀਅਰ ਸੀ, ਲੇਕਿਨ ਅਮਰਤਾ ਪ੍ਰੀਤਮ ਵੀ ਉਦੋਂ ਜ਼ਿੰਦਾ ਸੀ, ਪੀਰੀਅਡ ਹੋਈ ਸੀ, ਬਿਲਕੁਲ ਠੀਕ ਹੈ, ਪੀਰੀਅਡ ਉਸ ਵਿੱਚ ਉਹ ਸ਼ਾਇਰੀ ਔਰ ਉਹ ਆਪਣਾ ਸ਼ਾਇਰੀ ਲਿਖ ਰਹੀ ਸੀ, ਕਿਤਾਬਾਂ ਲਿਖ ਰਹੀ ਸੀ। ਉਹਦੇ ਵਿੱਚ ਮੁਸ਼ਤਾਕ ਸੂਫੀ ਵੀ ਹੈ, ਉਹਦੇ ਵਿੱਚ ਦੂਜੇ ਲੋਕ ਵੀ ਹਨ, ਉਹ 'ਚ ਕਾਫੀ ਵੱਡੇ ਜਗਤਾਰ ਹੈ, ਉਹਦੇ ਵਿੱਚ ਕਾਫੀ ਵੱਡੇ ਸ਼ਾਇਰ ਨੇ ਜਿਹੜੇ ਇਸ ਪੀਰੀਅਡ ਦੇ ਦੌਰਾਨ। तो मैं सवाल है करना चाह रहा था कि ये एक दूजे ਨੂੰ ਪੜ੍ਹਦੇ ਵੀ ਹੋਣਗੇ, ਇਹਨਾਂ ਦੀ ਇੱਕ ਆਪਸ 'ਚ ਇੱਕ ਲੜਾਈ ਵੀ ਸੀ ਔਰ ਫਿਰ ਦੋਸਤ ਵੀ ਸੀ, ਪਿਆਰ ਵੀ ਸੀ ਔਰ ਉਹ ਸਾਰਾ ਕੁਝ ਇੱਕ ਕੰਪੀਟੀਸ਼ਨ ਵੀ ਸੀ। ਤੇ ਹੋਰ ਕਿਸੇ ਉਸੇ ਪੀਰੀਅਡ ਦੇ ਕਿਸੇ ਸ਼ਾਇਰ ਨੇ ਮਾਂ ਨੂੰ ਉਸ ਤਰ੍ਹਾਂ ਕਿਉਂ ਨਹੀਂ ਫਿਰ ਐਡਰੈਸ ਕੀਤਾ, ਜਾਂ ਇਸ਼ੂ ਨੂੰ ਮਾਂ ਕਹਿ ਕੇ ਐਡਰੈਸ ਕਿਉਂ ਨਹੀਂ ਕੀਤਾ? ਮਤਲਬ ਇਹ ਹੈ ਕਿ ਇਹ ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ, ਕਿਉਂਕਿ ਕਿਸੇ ਖਾਸ ਫਾਰਮ ਨੂੰ ਜਾਂ ਕਿਸੇ ਫਾਰਮੈਟ ਨੂੰ ਵਰਤਣਾ ਉਹ ਤੇ ਇਹ ਕ੍ਰੀਏਟਿਵ ਅਮਲ ਦੇ ਵਿੱਚ ਮੇਰਾ ਖਿਆਲ ਹੈ ਕਿ ਤੁਸੀਂ ਤੈਅ ਨਹੀਂ ਕਰ ਸਕਦੇ ਕੌਣ ਕਿਹੜੇ ਡਿਸਕੋਰਸ ਦੇ ਉੱਤੇ ਜਾਏਗਾ। नहीं, मैं इसलिए पूछ रहा कि बहुत सारे इश्यूज ऐसे ने जो पाश ने, अमरता ने और शिव ने इकट्ठे इस्तेमाल भी किए ने। हाँ, लेकिन चिड़ियां दा चंबा दोवां ने, तिन्ना ने बल्कि ਉਹਦੇ ਚ ਹਾਂ ਕੀਤਾ। ਲੇਕਿਨ ਇਹ ਹੈ ਕਿ ਇਹ ਜਿਹੜਾ ਮੇਰਾ ਖਿਆਲ ਹੈ ਇਹਨਾਂ ਸਾਰਿਆਂ ਚੋਂ ਜ਼ਿਆਦਾ ਅਮਰਤਾ ਤੋਂ ਵੀ ਔਰ ਪਾਸ਼ ਤੋਂ ਵੀ ਜ਼ਿਆਦਾ ਜਿਹੜਾ ਡੀਪਲੀ ਕੀ ਕਹਿੰਦੇ ਨੇ ਇਨਗ੍ਰੇਨਡ ਸੀਗਾ ਕਲਾਸੀਕਲ ਸਿੰਬਲਸ ਦੇ ਨਾਲ, ਉਹ ਸ਼ਿਵ ਕੁਮਾਰ ਬਟਾਲਵੀ ਸੀ। ਕਿਉਂਕਿ ਇਹਦੇ ਚ ਰੋਮਾਂਸ ਜ਼ਿਆਦਾ ਹੈ ਔਰ ਲੌਜਿਕ ਘੱਟ ਹੈ। ਨਹੀਂ, ਇਹ ਤੁਸੀਂ ਨਹੀਂ ਕਹਿ ਸਕਦੇ। ਨਹੀਂ, ਕਿਉਂਕਿ ਦੇਖੋ ਚਿੜੀਆਂ ਦਾ ਚੰਬਾ ਜਿਹੜਾ ਨਾ ਉਹ ਥੋੜਾ ਜਿਹਾ ਲੌਜੀਕਲ ਵੀ ਹੋ ਜਾਂਦਾ ਹੈ, ਜੋ ਗਿਵਨ ਨਹੀਂ ਗੱਲ ਇਹ ਹੈਗੀ ਹੈ ਕਿ ਤੁਸੀਂ ਲੌਜਿਕ ਔਰ ਇਹ ਜਿਹੜੀ ਤੁਸੀਂ ਲੌਜਿਕ ਔਰ ਪੋਇਟਿਕ ਐਕਸਪ੍ਰੈਸ਼ਨ ਦੀ ਜਿਹੜੀ ਤੁਸੀਂ ਤਫਰੀਕ ਕਰ ਰਹੇ ਹੋ, ਮੈਂ ਇਹਨੂੰ ਨਹੀਂ ਮੰਨਦਾ। ਅੱਛਾ, ਮੈਂ ਸਮਝਦਾ ਕਿ
ਹਰ ਜਿਹੜੀ ਪੋਇਟਿਕ ਐਕਸਪ੍ਰੈਸ਼ਨ ਹੈ ਉਹਦੀ ਇੱਕ ਆਪਣੀ ਲੌਜਿਕ ਹੈ। ਠੀਕ ਹੈ। ਮਿਸਾਲ ਦੇ ਤੌਰ ਦੇ ਉੱਤੇ ਚਿੜੀਆਂ ਦਾ ਚੰਬਾ, ਪਾਸ਼ ਨੇ ਲਿਖਿਆ ਕਿ ਚਿੜੀਆਂ ਦਾ ਚੰਬਾ ਹੁਣ ਕਿਤੇ ਨਹੀਂ ਜਾਏਗਾ, ਇੱਥੇ ਕਿਤੇ ਘਾਹ ਖੋਤਰਿਆ ਕਰੇਗਾ। ਠੀਕ, ਹੁਣ ਚਿੜੀਆਂ ਚੰਬੇ ਨੂੰ ਬਿਲਕੁਲ ਇੱਕ ਰੀਅਲਿਸਟਿਕ ਔਰ ਜਿਵੇਂ ਹੋ ਰਿਹਾ ਜ਼ਿੰਦਗੀ 'ਚ ਉਹਨੂੰ ਬਹੁਤ ਕਰੂਡ ਫਾਰਮ ਵਿੱਚ ਉਸਨੇ ਯੂਜ਼ ਕੀਤਾ। ਸ਼ਿਵ ਨੇ ਉਹਨੂੰ ਕਿਹਾ ਕਿ ਆਪਣਾ ਚੀਰੇ ਵਾਲਿਆ ਚੀਰੇ ਵਾਲਿਆ ਮੈਨੂੰ ਹੁਣ ਯਾਦ ਨਹੀਂ ਆ ਰਿਹਾ। ਉਹ ਚੀਰੇ ਵਾਲਿਆ ਦੇ ਨਾਂ ਦੇ ਨਾਲ ਇੱਕ ਨਜ਼ਮ ਹੈਗੀ ਹੈ ਜਿਹਦੇ ਵਿੱਚ ਉਹਨੇ ਐਕਚੁਅਲੀ ਜਿਹੜੀ ਸ਼ਿਵ ਕੁਮਾਰ ਬਟਾਲਵੀ ਦਾ ਨਜ਼ਮ ਸੀ ਉਹਦਾ ਪੈਰਲਲ ਲਿਖਿਆ। ਠੀਕ ਹੈ। ਅਸੀਂ ਜੰਗਲੀ ਹਰਨ ਦੀਆਂ ਅੱਖੀਆਂ ਪਈਆਂ ਪਈਆਂ ਸੁੱਕ ਵੀ ਗਈਆਂ ਚੀਰੇ ਵਾਲਿਆ, ਚੀਰੇ ਵਾਲਿਆ ਦਿਲਾਂ ਦੀਆਂ ਕਾਲਿਆ। ਹਾਂਜੀ, ਉਹਦੇ ਵਿੱਚ ਉਹਨੇ ਉਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਸ਼ਿਵ ਕੁਮਾਰ ਬਟਾਲਵੀ ਨੇ ਕੋਸ਼ਿਸ਼ ਕੀਤੀ, ਜੋ ਪਾਸ਼ ਨੇ ਕੋਸ਼ਿਸ਼ ਕੀਤੀ ਹੈ, ਜੋ ਪਾਸ਼ ਨੇ ਕੋਸ਼ਿਸ਼ ਕੀਤੀ। ਮਤਲਬ ਪਾਸ਼ ਨੇ ਜੋ ਉਸ ਰੋਮਾਂਟਿਕ ਮੈਂ ਇਸੇ ਤਰ੍ਹਾਂ ਆ ਰਿਹਾ ਸਾਂ ਕਿ ਮੈਂ ਇਹ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਜਿਹੜੀ ਮੈਨੇ ਰੋਮਾਂਸ ਦੀ ਔਰ ਲੌਜੀਕਲ ਦੀ ਉਹਦੀ ਮੈਂ ਪੋਇਟਿਕ ਦੀ ਗੱਲ ਕਰ ਰਿਹਾ ਸਾਂ, ਉਹ ਇਸ ਲਈ ਮੈਂ ਕਰ ਰਿਹਾ ਸਾਂ ਕਿ ਪਾਸ਼ ਦੇ ਵਿੱਚ ਰੋਮਾਂਸ ਘੱਟ ਹੈ ਔਰ ਇਹਦੇ ਜ਼ਿਆਦਾ ਹੈ ਸ਼ਿਵ ਵਿੱਚ। ਤੋ ਕਿਆ ਇਸ ਲਈ ਉਸਨੇ ਫਿਰ ਮਾਂ ਦਾ ਵੀ ਉਹ ਇਸਤੇਮਾਲ ਕੀਤਾ ਹੈ ਔਰ ਫਿਰ ਚਿੜੀਆਂ ਦਾ ਵੀ ਉਹ ਇਸਤੇਮਾਲ ਕੀਤਾ ਕਿਉਂਕਿ ਉਹਦੇ 'ਚ ਮਾਂ ਜਦੋਂ ਤੁਸੀਂ ਕਹਿੰਦੇ ਤਾਂ ਇੱਕਦਮ ਆਪਣੀ ਮਾਂ ਦੀ ਸੂਰਤ ਸਾਹਮਣੇ ਆਏਗੀ ਨਾ। ਮੇਰਾ ਖਿਆਲ ਹੈ ਕਿ ਤੁਸੀਂ ਜ਼ਮੀਨ ਨੂੰ ਵੀ ਮਾਂ ਕਹਿ ਰਹੇ ਹੋ, ਨਹੀਂ ਮੇਰਾ ਖਿਆਲ ਹੈ ਬੋਲੀ ਨੂੰ ਵੀ ਮਾਂ ਕਹਿ ਰਹੇ ਹੋ। ਮੇਰਾ ਖਿਆਲ ਹੈ ਕਿ ਜਿਹੜਾ ਪਾਸ਼ ਹੈ ਉਹਨੇ ਕਲਾਸੀਕਲ ਪੋਇਟਰੀ ਤੋਂ ਟੋਟਲ ਡਿਪਾਰਚਰ ਕੀਤਾ ਹੈ। ਉਹਨੇ ਬਿਲਕੁਲ ਹੀ ਜਿਹੜੀ ਡਿਸਕੋਰਸ ਹੈ ਪੋਇਟਰੀ ਦਾ ਉਹ ਟ੍ਰੈਡੀਸ਼ਨਲ ਪੋਇਟਰੀ ਤੋਂ ਵੱਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ਿਵ ਕੁਮਾਰ ਬਟਾਲਵੀ ਨੇ ਜੋ ਪੋਇਟਰੀ ਕੀਤੀ ਹੈ ਉਹ ਕਲਾਸੀਕਲ ਟ੍ਰੈਡੀਸ਼ਨ ਦੇ ਅੰਦਰ ਕੀਤੀ ਹੈ ਔਰ ਕਲਾਸੀਕਲ ਟ੍ਰੈਡੀਸ਼ਨ ਦੇ ਜਿਹੜੇ ਇਮੇਜਸ ਨੇ ਔਰ ਐਸਟੈਬਲਿਸ਼ਡ ਪੈਟਰਨਸ ਜਿਹੜੇ ਨੇ ਉਹਨਾਂ ਦੇ ਅੰਦਰ ਕੀਤੀ ਹੈ। ਔਰ ਇਸੇ ਵਾਸਤੇ ਹੀ ਤੁਸੀਂ ਦੇਖੋਗੇ ਕਿ ਜਿਹੜਾ ਸ਼ਿਵ ਕੁਮਾਰ ਬਟਾਲਵੀ ਹੈ ਉਹ ਜ਼ਿਆਦਾ ਪਾਪੂਲਰ ਹੋਇਆ ਸ਼ਿਵ ਕੁਮਾਰ ਪਾਸ਼ ਦੀ ਨਿਸਬਤ। ਇਹਦੇ 'ਚ ਔਖਾ ਕੰਮ ਕਿਹੜਾ ਹੈ? ਕਿਹਨੂੰ ਫੋਲੋ ਕਰਨਾ ਔਖਾ ਕੰਮ ਹੈ ਔਰ ਕਿਸ ਨੂੰ ਨਾ ਫੋਲੋ ਕਰਨਾ ਔਖਾ ਕੰਮ ਹੈ? ਦੇਖੋ ਜੀ, ਗੱਲ ਇਹ ਹੈ ਕਿ ਦੋਵੇਂ ਵੱਡੇ ਬੰਦੇ ਸਨ। ਠੀਕ ਹੈ। ਨਹੀਂ, ਇਹਦੇ 'ਚ ਅਸੀਂ ਕੰਪੈਰੀਜ਼ਨ ਕਰ ਵੀ ਨਹੀਂ ਰਹੇ ਫਿਲਹਾਲ। ਕੰਪੈਰੀਜ਼ਨ ਦੀ ਲੋੜ ਵੀ ਨਹੀਂ ਹੈਗੀ। ਮਤਲਬ ਇਹ ਹੈ ਕਿ ਦੋਵੇਂ ਵੱਡੇ ਬੰਦੇ ਸਨ, ਦੋਵੇਂ ਵੱਡੇ ਸ਼ਾਇਰ ਸਨ। ਬਲਕਿ ਇਹਨਾਂ ਦੇ ਨਾਲ ਦੂਜੇ ਜਿਹੜੇ ਸ਼ਾਇਰਾਂ ਦਾ ਮੈਂ ਜ਼ਿਕਰ ਕੀਤਾ ਹੈ ਉਹ ਵੀ ਵੱਡੇ ਸ਼ਾਇਰ ਨੇ। ਇਹਨਾਂ 'ਚ ਕਿਹਨੂੰ ਫਾਲੋ ਔਰ ਕਿਹਨੂੰ ਨਾ ਫਾਲੋ ਕਰਨ ਦੀ ਲੋੜ ਹੈ ਇਹ ਤਾਂ ਕੁਛ ਕਿਹਾ ਨਹੀਂ ਜਾ ਸਕਦਾ। ਮਤਲਬ ਇਹ ਹੈ ਕਿ ਫਾਲੋ ਕਿਹਨੇ ਕਰਨਾ ਹੈ? ਕਿਸੇ ਸ਼ਾਇਰ ਨੇ ਕਰਨਾ ਹੈ ਨਾ। ਠੀਕ ਹੈ। ਜਿਹੜਾ ਸ਼ਾਇਰ ਫਾਲੋ ਉਹਨਾਂ ਨੂੰ ਕਰੇਗਾ ਜਾਂ ਜਿਹੜਾ ਉਹਨਾਂ ਕੋਲ ਲਵੇਗਾ ਜਾਂ ਜਿਹੜਾ ਅੱਗੇ ਲਿਖੇਗਾ ਉਹ ਆਪ ਉਹਨਾਂ ਵਰਗਾ ਹੀ ਹੋਏਗਾ ਨਾ। ਤੁਸੀਂ ਮੈਂ ਤਾਂ ਨਹੀਂ ਹੋਵਾਂਗੇ ਨਾ। ਅੱਛਾ, ਇੱਕ ਇਹ ਰੀਜ਼ਨ ਇਹ ਵੀ ਹੋ ਸਕਦੀ ਹੈ ਕਿ ਜਦੋਂ ਤੁਸੀਂ ਮਾਂ ਨੂੰ ਐਡਰੈਸ ਕਰਦੇ ਹੋ ਤੁਸੀਂ ਇੱਕਦਮ ਹਿਊਮਨ ਇਮੋਸ਼ਨ ਨੂੰ ਜਾ ਕੇ ਹਿੱਟ ਕਰ ਦਿੰਦੇ ਹੋ। ਹਾਂ, ਬਿਲਕੁਲ, ਫੌਰੀ ਤੌਰ 'ਤੇ। ਕਿ ਇੱਕ ਲੇਟੈਸਟ ਵੀ ਕੋਈ ਗਾਣਾ ਆਇਆ ਮੈਂ ਕਾਸੇ ਕਹੂੰ, ਉਹ ਤਾਂ ਉਹ ਹੀ ਹੈ ਨਾ ਸ਼ਾਹ ਹੁਸੈਨ ਦਾ ਹੀ। ਹਾਂਜੀ, ਉਸ ਨੂੰ ਉਹ ਕਰਕੇ ਨਾ ਉਹਨੂੰ ਲੇਟੈਸਟ ਕਰਕੇ ਮੈਂ ਕਿਹਨੂੰ ਆਖਾਂ। ਹਾਂਜੀ ਹਾਂਜੀ। ਤਾਂ ਮਤਲਬ ਇਹ ਹੈ ਕਿ ਉਹ ਤਾਂ ਇਮੀਡੀਏਟ ਹੈ ਨਾ। ਉਹ ਤਾਂ ਇਸ ਵੇਲੇ ਵੀ ਹਰ ਵੇਲੇ ਯੂਨੀਵਰਸਲ ਹੈ ਕਿ ਜਿਹੜੀ ਮਾਂ ਹੈ ਉਹ ਇਮੀਡੀਏਟ ਦਰਦਾਂ ਦੀ ਜਾਣੂ ਹੈ। ਮਾਂ ਹੁੰਦੀ ਹੈ ਜਿਹਨੂੰ ਕਿ ਤੁਹਾਡੇ ਦਰਦ ਦਾ ਫੌਰਨ ਪਤਾ ਲੱਗ ਜਾਂਦਾ ਹੈ, ਤੁਹਾਡੇ ਦੱਸਿਆਂ ਬਗੈਰ ਵੀ ਪਤਾ ਲੱਗ ਜਾਂਦਾ ਹੈ। ਅੱਛਾ, ਸਾਨੂੰ ਇਹ ਪਤਾ ਹੈ, ਥੋੜ੍ਹਾ ਜਿਹਾ ਇਹਨੂੰ ਹੋਰ ਸਪੈਸੀਫਿਕ ਕਰ ਲੈਂਦੇ ਹਾਂ। ਸਾਨੂੰ ਇਹ ਪਤਾ ਹੈ ਕਿ ਇਸਲਾਮ ਵਿੱਚ ਮਾਂ ਦਾ ਬੜਾ ਦਰਜਾ ਦਿੱਤਾ ਗਿਆ, ਜੰਨਤ ਵੀ ਉਹਦੇ ਪੈਰਾਂ 'ਚ ਹੈ ਔਰ ਰੱਬ ਦਾ ਵੀ ਜਦੋਂ ਉਹਦੇ ਨਾਲ ਜੋੜ ਕਰਦੇ ਨੇ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਮਾਂ ਦਾ ਪਿਆਰ ਹੈ ਅਤੇ ਰੱਬ ਦਾ ਉਸ ਤੋਂ 10 ਗੁਣਾ ਜ਼ਿਆਦਾ ਹੈ। ਔਰ ਇਸ ਕਿਸਮ ਦੀ ਬਹੁਤ ਸਾਰੀ ਗੱਲਾਂ ਨੇ।
ਬਾਕੀ ਜਿੱਤੇ ਰਿਲੀਜਨਸ ਨੇ ਉਹਦੇ 'ਚ ਵੀ ਇਸ ਤਰ੍ਹਾਂ ਦਾ ਇੱਕ ਪਿਕਚਰ ਕੋਈ ਕ੍ਰੀਏਟ ਕੀਤੀ ਜਾਂਦੀ ਹੈ ਤਾਂ ਕਿ ਮਾਂ ਨੂੰ ਇੱਕ ਸਿੰਬਲ ਬਣਾਇਆ ਜਾ ਸਕੇ ਸਾਰਾ ਕੁਝ ਉਹਦੇ 'ਚ। ਦੇਖੋ ਜੀ, ਮਾਂ ਨੂੰ ਸਿੰਬਲ ਤੇ ਬਣਾਇਆ ਜਾਣਾ ਹੈ, ਕਿਉਂਕਿ ਮਾਂ ਜਾਣਦੀ ਹੈ, ਜੰਮਦੀ ਹੈ, 9 ਮਹੀਨੇ ਪੇਟ 'ਚ ਰੱਖਦੀ ਹੈ, ਉਸ ਤੋਂ ਬਾਅਦ ਆਪਣਾ ਤਨ ਮਨ ਧਨ ਆਪਣੇ ਪੈਦਾ ਕੀਤੇ ਹੋਏ ਬੱਚੇ ਲਈ ਨਿਸ਼ਾਵਰ ਕਰਦੀ ਹੈ। ਇਸ ਲਈ ਉਹਦੇ ਤੋਂ ਜ਼ਿਆਦਾ ਕਲੋਜ਼ ਤੇ ਕੋਈ ਬੰਦਾ ਹੈ ਨਹੀਂ ਹੈ। ਲੇਕਿਨ ਇਹ ਕਲਚਰਲ ਇਸ਼ੂ ਵੀ ਤੇ ਹੋ ਸਕਦਾ ਹੈ ਨਾ, ਯਾਰ ਯੂਰਪ 'ਚ ਅਮਰੀਕਾ 'ਚ ਨਹੀਂ ਹੋਏਗਾ ਯਾਰ। ਇਹਦੇ 'ਚ ਕਲਚਰ ਦਾ ਇਸ਼ੂ ਤੇ ਬਾਅਦ 'ਚ ਆਏਗਾ ਨਾ, ਪਰ ਤਾਂ ਫਿਜ਼ੀਕਲ ਹੈ। ਫਿਜ਼ੀਕਲੀ ਇਹ ਹੈ ਕਿ ਫਿਜ਼ੀਕਲੀ ਤੁਹਾਨੂੰ ਮਾਂ ਸਸਟੇਨ ਕਰਦੀ ਹੈ। ਠੀਕ ਹੈ, ਉਹ ਤੁਹਾਡੀ ਹੀ ਆਤੀ। ਉਸ ਤੋਂ ਬਾਅਦ ਅਗਲੇ 2 ਸਾਲ ਵੀ 3 ਸਾਲ ਵੀ ਮਤਲਬ ਹੈ ਕਿ ਉਹ ਜਿੰਨੇ ਸਾਲ ਵੀ ਹਾਂਜੀ ਉਹ ਤੁਹਾਨੂੰ ਸਸਟੇਨ ਕਰਦੀ ਹੈ। ਉਸ ਤੋਂ ਬਗੈਰ ਤੁਸੀਂ ਸਸਟੇਨ ਹੋ ਨਹੀਂ ਸਕਦੇ, ਤੁਸੀਂ ਜ਼ਿੰਦਾ ਨਹੀਂ ਰਹਿ ਸਕਦੇ। ਠੀਕ, ਉਹ ਜਦੋਂ ਸਸਟੇਨ ਤੁਹਾਨੂੰ ਕਰਦੀ ਹੈ ਤੇ ਉਹੀ ਤੁਹਾਡੀ ਸਭ ਤੋਂ ਜ਼ਿਆਦਾ ਹਮਦਰਦ ਔਰ ਹਮਰਾਜ਼ ਵੀ ਹੈ। ਇਸ ਲਈ ਤੁਹਾਨੂੰ ਅਗਰ ਇਹ ਖਿਆਲ ਹੁੰਦਾ ਹੈ ਕਿ ਇਹ ਮੇਰੀ ਗੱਲ ਸਭ ਤੋਂ, ਮੇਰੇ ਦਰਦ ਨੂੰ ਸਭ ਤੋਂ ਬਿਹਤਰ ਸਮਝ ਸਕਦੀ ਹੈ, ਤੇ ਇਹ ਨੈਚੁਰਲ ਗੱਲ ਹੈ, ਕਿਉਂਕਿ ਉਹਨੇ ਤੁਹਾਡੀ ਸਸਟੈਨੈਂਸ ਲਈ, ਤੁਹਾਡੀ ਹੋਂਦ ਲਈ ਸਭ ਤੋਂ ਜ਼ਿਆਦਾ ਸਫ਼ਰ ਕੀਤਾ ਹੈ। ਠੀਕ ਹੈ। ਸੋ ਸ਼ਾਹ ਹੁਸੈਨ ਹੋਵੇ ਜਾਂ ਸ਼ਿਵ ਕੁਮਾਰ ਬਟਾਲਵੀ ਹੋਵੇ, ਜਦੋਂ ਉਹ ਸੈਨਤ ਵਰਤਦੇ ਨੇ ਮਾਏ ਨਹੀਂ ਮੈਂ ਕਿਹਨੂੰ ਆਖਾਂ, ਤੇ ਉਹ ਇੱਕ ਜਨਨੀ ਜਨਮ ਦੇਣ ਵਾਲੀ ਤਾਕਤ ਨੂੰ, ਕੁਵਤ ਨੂੰ ਐਡਰੈਸ ਕਰਦੇ ਨੇ। ਔਰ ਉਹ ਇਹਦੇ 'ਚ ਇਹ ਵੀ ਹੈਗੀ ਹੈ ਕਿ ਤੁਸੀਂ ਇਹ ਵੀ ਗੱਲ ਸਮਝੋ ਕਿ ਮਾਂ ਨਾਲ ਤੁਸੀਂ ਬਹੁਤ ਗੱਲਾਂ ਇਰੈਸ਼ਨਲ ਕਰਦੇ ਹੋ, ਗੁੱਸਾ ਵੀ ਲਾ ਲੈਂਦੇ ਹੋ, ਗੁੱਸਾ ਵੀ ਲਾ ਲੈਂਦੇ ਹੋ। ਤੁਹਾਨੂੰ ਪਤਾ ਹੈ ਕਿ ਮਾਂ ਜਿਹੜੀ ਹੈ ਉਹ ਤੁਹਾਨੂੰ ਇਹ ਪਤਾ ਹੁੰਦਾ ਹੈ ਕਿ ਜੋ ਮਰਜ਼ੀ ਕਹਿ ਲਾ ਬਚ ਜਾਏਗੀ, ਹਾਂ, ਦੱਸ ਦੇਗੀ। ਮਤਲਬ ਇਹ ਹੈ ਕਿ ਵੀ ਤੁਸੀਂ ਕਿਹਾ ਮੈਨੂੰ ਇਹ ਫਲਾਣੀ ਸ਼ੈ ਲੈ ਦੇ, ਤੁਹਾਨੂੰ ਪਤਾ ਅਸੀਂ ਲੈ ਨਹੀਂ ਸਕਦੇ, ਪਰ ਤੁਸੀਂ ਮਾਂ ਨੂੰ ਤਾਂ ਕਹਿ ਸਕਦੇ ਹੋ। ਯਾਨੀ ਮਤਲਬ ਅਨਹੋਂਦ ਸ਼ੈਵਾਂ, ਅਨਹੋਂਦ ਅਨਅਚੀਵੇਬਲ ਚੀਜ਼ਾਂ ਦੀ ਵੀ ਤੁਸੀਂ ਡਿਜ਼ਾਇਰ ਕਰ ਸਕਦੇ ਹੋ ਮਾਂ ਦੇ ਨਾਲ। ਹੋਪ ਦਾ ਵੀ ਇੱਕ ਸਿੰਬਲ ਹੋ ਗਿਆ, ਉਹ ਹੋਪ ਦਾ ਵੀ ਇੱਕ ਸਿੰਬਲ ਹੈ। ਤੁਸੀਂ ਉਹਨਾਂ ਸ਼ੈਵਾਂ ਦੀ ਵੀ ਉਹਦੇ ਨਾਲ ਡਿਜ਼ਾਇਰ ਕਰ ਸਕਦੇ ਹੋ ਜਿਹੜੀਆਂ ਸ਼ੈਵਾਂ ਐਕਚੁਅਲੀ ਹੋ ਹੀ ਨਹੀਂ ਸਕਦੀਆਂ। ਠੀਕ, ਸੋ ਇਸ ਵਾਸਤੇ ਮਾਂ ਨੂੰ ਜਦੋਂ ਅਡਰੈਸ ਕਰਨਾ ਹੈ ਮਾਏ ਨਹੀਂ, ਤੇ ਐਕਚੁਅਲੀ ਤੁਸੀਂ ਐਸੀਆਂ ਸੱਧਰਾਂ ਦਾ ਜ਼ਿਕਰ ਕਰ ਰਹੇ ਹੋ ਜਿਹਨਾਂ ਤੁਹਾਨੂੰ ਪਤਾ ਹੈ ਇਹ ਦੁਨੀਆ 'ਚ ਹੋ ਨਹੀਂ ਸਕਦੀਆਂ, ਇਹਨਾਂ ਦੀ ਸਮਝ ਨਹੀਂ ਆ ਸਕਦੀ, ਇਹਨਾਂ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਪਰ ਮੇਰੀਆਂ ਸੱਧਰਾਂ ਨੇ, ਮੇਰੀਆਂ ਖਾਸ਼ਾਂ ਨੇ, ਮੈਂ ਚਾਹੁੰਦਾ ਮੈਂ ਇਹ ਦਰਦ ਵਿੱਚ ਹਾਂ, ਤੇ ਤੁਸੀਂ ਉਹ ਮਾਂ ਦੇ ਨਾਲ ਨਾਂ ਦੇ ਨਾਲ ਤੁਸੀਂ ਉਹ ਕਹਿ ਦਿੰਦੇ ਹੋ।